ਧੰਨ ਵਾਹਿਗੁਰੂ ਸਾਹਿਬ ਜੀਓ। ਤੀਰਥ ਨਾਵਾ ਜੇ ਤਿਸ ਭਾਵਾ, ਵਿਣ ਭਾਣੇ ਕੇ ਨਾਏ ਕਰੀਮ। ਜੇਤੀ ਸਿਰਠ ਉਪਾਈ ਵੇਖਾਂ, ਵਿਣ ਕਰਮਾ ਕੇ ਮਿਲੈ ਲਈ। ਮਤ ਵਿੱਚ ਰਤਨ ਜਵਾਹਰ ਮਾਣਿਕ, ਜੇ ਇੱਕ ਗੁਰ ਕੀ ਸਿੱਖ ਸੁਣੀ। ਗੁਰਾ ਇੱਕ ਦੇ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ। ਸੋ ਮੈਂ ਵਿਸਰ ਨਾ ਜਾਈ। ਗੁਰਾ ਇੱਕ ਦੇ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ। ਸੋ ਮੈਂ ਵਿਸਰ ਨਾ ਜਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਚਵਰ ਛਤਰ ਸਿੰਘਾਸਨ ਦੇ ਮਾਲਕ ਵਾਲੀਏ ਕੁਲ ਆਲਮ ਸ਼ਬਦ ਗੁਰੂ ਧੰਨ ਧੰਨ ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ, ਤਿਨ੍ਹਾਂ ਦੀ ਪਾਵਨ ਮੁਕੱਦਸ ਹਜ਼ੂਰੀ ਦੇ ਅੰਦਰ ਸੰਧਿਆ ਵੇਲੇ ਦੇ ਸਜੇ ਹੋਏ ਪਾਵਨ ਦੀਵਾਨਾਂ ਦੀ ਹਾਜ਼ਰੀ ਭਰ ਰਹੇ ਗੁਰੂ ਸਵਾਰੇ ਸਤਸੰਗੀ ਜਨੋ ਵਡਭਾਗੇ ਹਾਂ, ਜੋ ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਦਾ ਸਦਕਾ ਮੁਬਾਰਕ ਹਜ਼ੂਰੀ ਦੇ ਅੰਦਰ ਜੁੜ ਕਰਕੇ ਗੁਰੂ ਸਵਾਰਿਆਂ ਪਾਸੋਂ ਸਤਿਗੁਰਾਂ ਦੀ ਅੰਮ੍ਰਿਤਮਈ ਬਾਣੀ ਦੇ ਰਸ ਭਿੰਨੇ ਕੀਰਤਨ ਦੇ ਨਾਲ ਸਾਂਝ ਬਣਾ ਰਹੇ ਸਾਂ। ਉਪਰੰਤ ਗੁਰੂ ਦਇਆ ਦੇ ਸਦਕਾ ਚੱਲ ਰਹੀ ਮੁਬਾਰਕ ਬਾਣੀ ਜਪਜੀ ਸਾਹਿਬ ਦੀ ਲੜੀਵਾਰ ਵਿਚਾਰ ਦੇ ਨਾਲ ਸਾਂਝ ਬਣਾਉਣ ਦਾ ਸੁਭਾਗ ਸਮਾਂ ਪ੍ਰਾਪਤ ਹੋ ਰਿਹਾ ਹੈ। ਇਸ ਲੜੀ ਦੇ ਤਹਿਤ ਪਿਛਲੇਰੇ ਦੀਵਾਨਾਂ ਦੇ ਅੰਦਰ 5 ਪਾਵਨ ਪੌੜੀਆਂ ਦੀ ਵਿਚਾਰ ਆਪ ਸੰਗਤਾਂ ਦੇ ਨਾਲ ਸਾਂਝ ਬਣਾਈ। ਅਗਲੇਰੀ 6 ਨੰਬਰ ਪੌੜੀ, ਜਿਸ ਦਾ ਪਾਠ ਆਪ ਜੀਆਂ ਦੇ ਨਾਲ ਸਾਂਝਾ ਕੀਤਾ ਹੈ, ਤੇ ਇਸ ਦੀ ਵਿਚਾਰ ਗੁਰੂ ਦਇਆ ਦੇ ਸਦਕਾ ਆਪ ਸੰਗਤਾਂ ਦੇ ਨਾਲ ਸਾਂਝ ਬਣਾਉਣੀ ਹੈ। ਆਓ ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਗੁਰੂ ਚਰਨਾਂ ਦੇ ਅੰਦਰ ਹਾਜ਼ਰੀ ਲਵਾਈਏ। ਬੜੇ ਪਿਆਰ ਅਤੇ ਅਦਬ ਸਹਿਤ ਆਖੋ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਭ ਦੀ ਮੁਬਾਰਕ ਬਾਣੀ ਨੂੰ ਵਿਚਾਰਦਿਆਂ ਹੋਇਆਂ ਕੱਲ੍ਹ ਦੀ ਮੁਬਾਰਕ ਬਾਣੀ ਦੇ ਅੰਦਰ ਵੀ ਸਭ ਨੇ ਅੰਤ ਦੇ ਵਿੱਚ ਪੌੜੀ ਦੇ ਇਹ ਅਰਦਾਸ ਬੇਨਤੀ ਰੂਪ ਸ਼ਬਦ ਵਰਤੇ ਸਨ। ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ। ਸੋ ਮੈਂ ਵਿਸਰ ਨਾ ਜਾਈ। ਵੀ ਭਲਿਆ ਇੱਕ ਗੱਲ ਚੇਤਾ ਰੱਖੀ, ਤੂੰ ਜਦੋਂ ਅਰਦਾਸ ਕਰਿਆ ਕਰ ਤੇ ਅਰਦਾਸ ਕਰਨ ਲੱਗਿਆ ਤੇਰੇ ਖਿਆਲ ਦੇ ਅੰਦਰ, ਸੁਰਤ ਦੇ ਅੰਦਰ ਇਹ ਜ਼ਰੂਰ ਆਵੇ ਵੀ ਸਤਿਗੁਰੂ ਜੀ ਕਿਰਪਾ ਕਰੋ। ਜਿਹਨੇ ਇਹ ਦਾਤਾਂ ਦਿੱਤੀਆਂ ਨੇ, ਜਿਹਨੇ ਇਹ ਪਸਾਰਾ ਪੈਦਾ ਕੀਤਾ ਹੈ, ਜਿਹੜਾ ਬਖਸ਼ਿਸ਼ਾਂ ਵੰਡ ਰਿਹਾ ਏ, ਉਹਦਾ ਚੇਤਾ ਨਾ ਭੁੱਲ ਜਾਵੇ। ਸਾਡੀ ਮੁਸ਼ਕਲ ਹੀ ਇਹ ਹੈ ਨਾ, ਅਸੀਂ ਉਸੇ ਨੂੰ ਭੁਲਾ ਕੇ ਬੈਠੇ ਹਾਂ ਜਿਹਨੂੰ ਸਹਿਬ ਮੁਬਾਰਕ ਬਾਣੀ ਦੇ ਅੰਦਰ ਸਮਝਾਉਂਦੇ ਨੇ, ਦਾਤ ਪਿਆਰੀ ਵਿਸਰਿਆ ਦਾਤਾਰਾ। ਦਾਤ ਤਾਂ ਪਿਆਰੀ ਹੈ, ਦਾਤਾਰ ਪਾਤਸ਼ਾਹ ਭੁੱਲ ਗਿਆ। ਜਿਹਨੇ ਦਾਤਾਂ ਦਿੱਤੀਆਂ ਨੇ ਉਹ ਭੁੱਲ ਗਿਆ। ਸੰਸਾਰ ਸਾਰਾ ਹੀ ਚੇਤੇ ਹੈ, ਸੰਸਾਰ ਦੀਆਂ ਵਸਤਾਂ ਚੇਤੇ ਨੇ, ਸੰਸਾਰ ਦੇ ਸੁੱਖ ਚੇਤੇ ਨੇ, ਤੇ ਜਿਹਨੇ ਇਹ ਸਾਰਾ ਕੁਝ ਦਿੱਤਾ ਇਹ ਸਭ ਕਹਿੰਦੇ ਉਹਨੂੰ ਭੁੱਲ ਗਏ। ਉਹਨੂੰ ਚੇਤਾ ਰੱਖਿਆ ਕਰ। ਸਭ ਨੇ ਅਰਦਾਸ ਕੀਤੀ ਹੈ ਰੱਬ ਜੀ ਦੇ ਅੱਗੇ ਵੀ ਇਹ ਬਖਸ਼ਿਸ਼ ਕਰੋ ਵੀ ਉਹ ਨਾ ਭੁੱਲੇ ਜਿਹੜਾ ਸਾਰਾ ਕੁਝ ਦੇਣ ਵਾਲਾ ਹੈ।
ਤੁਹਾਡੀ ਯਾਦ ਸੁਰਤ ਦੇ ਅੰਦਰੋਂ ਨਾ ਚਲੀ ਜਾਵੇ। ਤੇ ਮਾਲਕ ਕਹਿੰਦੇ ਫਿਰ ਯਾਦ ਸੁਰਤ ਦੇ ਅੰਦਰ ਵਸਾਉਣ ਵਾਸਤੇ ਸੰਸਾਰ ਨੇ ਬੜੇ ਯਤਨ ਕੀਤੇ ਨੇ, ਤੇ ਉਹਨਾਂ ਯਤਨਾਂ ਦੇ ਵਿੱਚ ਇੱਕ ਇਹ ਵੀ ਯਤਨ ਸੀ ਵੀ ਤੀਰਥਾਂ ਤੇ ਭ੍ਰਮਣ ਕਰਕੇ ਤੀਰਥਾਂ ਦਾ ਇਸ਼ਨਾਨ ਕਰ ਲਵੋ। ਇਹ ਵੀ ਕਿਤੇ ਨਾ ਕਿਤੇ ਮਨ ਦੇ ਅੰਦਰ ਲੱਗਦਾ ਸੀ ਵੀ ਤੀਰਥਾਂ ਦਾ ਇਸ਼ਨਾਨ ਕਰਕੇ ਤੇ ਰੱਬ ਮਿਲ ਜਾਣਾ ਹੈ। ਮਾਲਕ ਕਹਿੰਦੇ ਨਹੀਂ, ਤੀਰਥ ਦਾ ਇਸ਼ਨਾਨ ਤਾਂ ਭਲਾ ਹੈ ਨਾ, ਤਾਂ ਚੰਗਾ ਹੈ ਨਾ ਜੇ ਉਹ ਚੰਗਾ ਪਰਮਾਤਮਾ ਨੂੰ ਲੱਗੇ, ਜੇ ਮੇਰੇ ਗੁਰੂ ਨੂੰ ਚੰਗਾ ਲੱਗੇ। ਕੰਮ ਤਾਂ ਉਹੀ ਚੰਗਾ ਹੈ ਜਿਹੜਾ ਗੁਰੂ ਨੂੰ ਚੰਗਾ ਲੱਗੇ। ਕਈ ਵਾਰ ਅਸੀਂ ਉਹ ਕੰਮ ਕਰਦੇ ਹਾਂ ਜਿਹੜੇ ਗੁਰੂ ਨੂੰ ਚੰਗੇ ਨਹੀਂ ਲੱਗਦੇ। ਫਿਰ ਕੀ ਕਹਿੰਦੇ, ਦੇਖੋ ਜੀ ਸਾਡੀ ਭਾਵਨਾ ਹੈ, ਸਾਡੀ ਭਾਵਨਾ ਜੀ ਅਸੀਂ ਆ ਕਰਨਾ ਚਾਹੁੰਦੇ ਹਾਂ। ਗੁਰੂ ਕੀ ਕਹਿੰਦਾ ਇਸ ਗੱਲ ਨਾਲ ਸਾਨੂੰ ਫਰਕ ਨਹੀਂ ਪੈਂਦਾ, ਸਾਡੀ ਭਾਵਨਾ ਕਹਿੰਦੀ ਹੈ ਜੀ ਇਹ ਜ਼ਰੂਰੀ ਹੈ। ਸਾਡੀ ਭਾਵਨਾ ਕਹਿੰਦੀ ਹੈ ਧਾਗੇ ਬੰਨ੍ਹ ਲਵੋ, ਪਰ ਸਾਨੂੰ ਫਰਕ ਨਹੀਂ ਪੈਂਦਾ ਗੁਰੂ ਕੀ ਕਹਿੰਦਾ ਹੈ। ਸਭ ਕਹਿੰਦੇ ਨੇ ਇੱਥੇ ਮਰਜ਼ੀਆਂ ਨਹੀਂ, ਇੱਥੇ ਤਾਂ ਗੁਰੂ ਦੇ ਹੁਕਮ ਨੂੰ ਮੰਨਣਾ ਪਏਗਾ। ਤੇ ਗੱਲ ਕੀਤੀ ਸਭ ਨੇ ਤੀਰਥ ਨਾਵਾਂ ਜੇ ਤਿਸ ਪਾਵਾਂ। ਸਭ ਕਹਿੰਦੇ ਮੈਂ ਤੀਰਥਾਂ ਤੇ ਇਸ਼ਨਾਨ ਤੇ ਤਾਂ ਕਰਾਂ ਜੇ ਉਸ ਪਰਮਾਤਮਾ ਨੂੰ ਚੰਗਾ ਲੱਗਾ। ਜੇ ਮੇਰਾ ਤੀਰਥ ਇਸ਼ਨਾਨ ਕੀਤਾ ਉਹਨੂੰ ਚੰਗਾ ਲੱਗੇ, ਮੈਂ ਚੰਗਾ ਲੱਗਾ, ਫਿਰ ਤੇ ਤੀਰਥ ਤੇ ਇਸ਼ਨਾਨ ਕੀਤਾ ਕਿਸੇ ਅਰਥ ਹੈ। ਨਹੀਂ ਤੇ ਐਵੇਂ ਕਿਉਂ ਵਕਤ ਅਜਾਈ ਗਵਾਉਣਾ ਹੈ। ਤੇ ਮੁਬਾਰਕ ਬਾਣੀ ਨੇ ਬੜੀ ਵਾਰ ਇਹ ਗੱਲ ਸਮਝਾ ਦਿੱਤੀ। ਸਭ ਕਹਿੰਦੇ ਨੇ ਕਿਸ ਕਾਰਨ ਕਰਕੇ ਤੂੰ ਤੀਰਥ ਇਸ਼ਨਾਨ ਕਰਨਾ ਹੈ, ਇਸ ਕਰਕੇ ਵੀ ਧਰਮੀ ਬਣ ਜਾਵੇਂ। ਸਭ ਕਹਿੰਦੇ ਭੁਲੇਖਾ ਹੈ ਤੈਨੂੰ ਤੀਰਥਾਂ ਤੇ ਨਹਾ ਕੇ ਧਰਮੀ ਬਣ ਜਾਏਗਾ। ਨਹਾਵਣ ਚੱਲੇ ਤੀਰਥੀ ਮਨ ਖੋਟੇ ਤਨ ਚੋਰ। ਤੀਰਥਾਂ ਤੇ ਨਹਾਉਣ ਤੇ ਚੱਲੇ ਮਨ ਦੇ ਅੰਦਰ ਖੋਟ ਹੈ, ਚੋਰ ਹੈ, ਵੀ ਸੁਭਾਅ ਮਾੜਾ ਹੈ, ਆਦਤਾਂ ਮਾੜੀਆਂ ਨੇ, ਬੋਲਣ ਦਾ ਤਰੀਕਾ ਮਾੜਾ ਹੈ, ਠੱਗੀਆਂ ਮਾਰਨ ਵਾਲਾ ਸੁਭਾਅ ਨਹੀਂ ਛੱਡਿਆ, ਨਿੰਦਿਆ ਵਾਲਾ ਸੁਭਾਅ ਨਹੀਂ ਛੱਡਿਆ, ਹੰਕਾਰ ਨਹੀਂ ਛੱਡਿਆ। ਤੇ ਚੱਲੇ ਕਿੱਥੇ ਆ ਜੀ, ਤੀਰਥਾਂ ਤੇ ਨਹਾਉਣ ਚੱਲੇ ਆ। ਤੇ ਬਹੁਤੀ ਵਾਰ ਇਸੇ ਗੱਲ ਦਾ ਹੰਕਾਰ, ਅਸੀਂ ਤਾਂ ਦੇਖੋ ਜੀ ਹਰ ਮੱਸਿਆ ਤੇ ਦਰਬਾਰ ਸਾਹਿਬ ਇਸ਼ਨਾਨ ਕਰਨ ਚਾਹੀਦਾ ਹੈ, ਚੰਗੀ ਗੱਲ ਹੈ, ਜਾਣਾ ਚਾਹੀਦਾ ਹੈ। ਅਸੀਂ ਰੋਜ਼ਾਨਾ ਅਰਦਾਸ ਕਰਦੇ ਹਾਂ, ਅਸੀਂ ਰੋਜ਼ ਅਰਦਾਸ ਦੇ ਅੰਦਰ ਇਹ ਗੱਲ ਮੰਗਦੇ ਹਾਂ ਵੀ ਸਤਿਗੁਰੂ ਜੀ ਕਿਰਪਾ ਕਰੋ। ਜਿੱਥੇ ਕਹਿੰਦੇ ਨਾ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਉੱਥੇ ਇਹ ਵੀ ਗੱਲ ਕਹਿੰਦੇ ਆ ਵੀ ਅੰਮ੍ਰਿਤਸਰ ਦੇ ਦਰਸ਼ਨ ਇਸ਼ਨਾਨ ਅਸੀਂ ਜਾਣਾ ਹੈ। ਪਰ ਇਹ ਮੁਸ਼ਕਲ ਬਣ ਜਾਂਦੀ ਹੈ ਵੀ ਅਸੀਂ ਜਾ ਕੇ ਨਾ ਚਾਰਕ ਮੱਸਿਆ ਸਾਨੂੰ ਇੱਦਾਂ ਲੱਗਣ ਲੱਗ ਜਾਂਦਾ ਹੈ ਬਾਕੀ ਸਾਰੇ ਹੀ ਧਰਮੀ ਨੇ, ਮੈਂ ਹੀ ਇਕੱਲਾ ਧਰਮੀ ਆ, ਮੈਂ ਹਰ ਮੱਸਿਆ ਦਰਬਾਰ ਸਾਹਿਬ ਇਸ਼ਨਾਨ ਕਰਨ ਜਾਂਦਾ। ਚੰਗੀ ਗੱਲ ਹੈ, ਮੁਬਾਰਕ ਹੈ, ਪਰ ਉੱਥੇ ਇਸ਼ਨਾਨ ਕਰਨ ਦੀ ਹਉਮੈ ਆ ਗਈ। ਉੱਥੇ ਜਾ ਕੇ ਤੇ ਹਉਮੈ ਨਿਕਲ ਜਾਣੀ ਚਾਹੀਦੀ ਸੀ। ਉੱਥੇ ਤੇ ਆਪਣੇ ਆਪ ਨੂੰ ਨੀਵੇਂ ਸਮਝਣ ਲੱਗ ਜਾਣਾ ਸੀ। ਪਰ ਮੁਸ਼ਕਲ ਇਹ ਬਣੀ ਵੀ ਉੱਥੇ ਜਾ ਕੇ ਦੂਜਿਆਂ ਨੂੰ ਨੀਵੇਂ ਸਮਝਣ ਲੱਗ ਗਏ, ਆਪਣੇ ਆਪ ਨੂੰ ਉੱਚੇ ਸਮਝਣ ਲੱਗ ਗਏ। ਲੱਗਣ ਲੱਗ ਗਿਆ ਵੀ ਅਸੀਂ ਧਰਮੀ ਬਣ ਗਏ। ਬਾਣੀ ਪੜ੍ਹਨੀ ਸੀ, ਸਾਹਿਬ ਦਾ ਹੁਕਮ ਹੈ, ਪਰ ਸਾਹਿਬ ਕਹਿੰਦੇ ਬਾਣੀ ਪੜ੍ਹਦਿਆਂ ਕਰਨਾ ਕੀ ਹੈ, ਗਾਵੀਐ ਸੁਣੀਐ ਮਨ ਰੱਖੀਐ ਭਾਉ। ਸਾਡੇ ਮਨ ਦੇ ਅੰਦਰ ਹਉਮੈ ਆ ਗਈ, ਅਸੀਂ ਤਾਂ ਦੇਖੋ ਜੀ 2 ਵਜੇ ਉੱਠ ਕੇ ਬਾਣੀ ਪੜ੍ਹਦੇ ਹਾਂ, ਚੰਗੀ ਗੱਲ ਹੈ, ਪਰ ਜੇ ਹਉਮੈ ਆ ਗਈ ਹੈ ਤੇ ਫਿਰ ਕਿਸ ਅਰਥ ਹੈ ਉਹ ਪੜ੍ਹੀ ਹੋਈ ਬਾਣੀ। ਬਾਣੀ ਨੇ ਤਾਂ ਹਉਮੈ ਨੂੰ ਦੂਰ ਕਰਨਾ ਸੀ ਵੀ ਜੇ ਆ ਗਈ ਹੈ। ਦੇਖੋ ਜੀ ਅਸੀਂ ਨਿਤਨੇਮ ਵੀ ਕਰਦੇ ਹਾਂ, ਸੁਖਮਨੀ ਸਾਹਿਬ ਦਾ ਪਾਠ ਵੀ ਕਰਦੇ, ਆਸਾ ਕੀ ਵਾਰ ਦਾ ਪਾਠ ਵੀ ਕਰਦੇ ਹਾਂ, ਇਹ ਨਹੀਂ ਛੱਡਦੇ ਜੀ ਅਸੀਂ, ਚੰਗੀ ਗੱਲ ਹੈ, ਮੁਬਾਰਕ ਹੈ। ਪਰ ਜੇ ਪਾਠ ਕਰਦੇ ਹਾਂ, ਬਾਣੀ ਪੜ੍ਹਦੇ ਹਾਂ, ਦੂਜੇ ਇੱਦਾਂ ਲੱਗਣ ਲੱਗ ਗਏ ਵੀ ਦੂਜੇ ਨੀਵੇਂ ਹੋ ਗਏ ਨੇ, ਦੂਜੇ ਤੇ ਸਾਰੇ ਹੀ ਪਾਪੀ ਹੋ ਗਏ ਨੇ। ਤੇ ਮੈਨੂੰ ਇੱਕ ਘਟਨਾ ਯਾਦ ਆ ਗਈ ਸ਼ੇਖ ਸਾਦੀ ਦੇ ਜੀਵਨ ਦੀ। ਉਹ ਲਿਖਦਾ ਹੈ, ਕਹਿੰਦਾ ਮੈਂ ਰੋਜ਼ਾਨਾ ਨਮਾਜ਼ ਅਦਾ ਕਰਨ ਵਾਸਤੇ ਮਸਜਿਦ ਜਾਂਦਾ। ਇੱਕ ਦਿਨ ਮੇਰੇ ਪੁੱਤਰ ਨੇ ਵੀ ਕਿਹਾ ਵੀ ਮੈਂ ਵੀ ਨਮਾਜ਼ ਅਦਾ ਕਰਨੀ ਹੈ, ਪਿਤਾ ਜੀ ਤੁਹਾਡੇ ਨਾਲ ਜਾਣਾ ਹੈ। ਸ਼ੇਖ ਸਾਦੀ ਕਹਿੰਦਾ ਬੜਾ ਖੁਸ਼ ਹੋਇਆ ਮਨ ਵੀ ਮੇਰਾ ਪੁੱਤਰ ਵੀ ਅੱਜ ਆਏਗਾ ਮੇਰੇ ਨਾਲ।
ਚਲਾ ਗਿਆ। ਸਵੇਰੇ ਉੱਠਿਆ, ਤੜਕੇ ਜਾ ਕੇ ਨਮਾਜ਼ ਅਦਾ ਕੀਤੀ ਹੈ। ਸ਼ੇਖ ਸਾਦੀ ਬੜਾ ਖੁਸ਼ ਹੈ। ਬਾਹਰ ਨਿਕਲਿਆ ਜਦੋਂ ਵਾਪਸੀ ਦੇ ਵਿੱਚ, ਤੇ ਪੁੱਤਰ ਕਹਿੰਦਾ ਹੈ, ਪਿਤਾ ਜੀ ਆਹ ਲੋਕ ਕਿੰਨੇ ਨਾ ਸ਼ੁਕਰੇ ਨੇ, ਜਿਹੜੇ ਮਸਜਿਦ ਦੇ ਅੰਦਰ ਨਮਾਜ਼ ਦੇ ਵਕਤ ਸੁੱਤੇ ਪਏ ਨੇ, ਅਸੀਂ ਤਾਂ ਕਿੰਨੀ ਦੂਰੋਂ ਆ ਕੇ ਨਮਾਜ਼ ਅਦਾ ਕਰ ਗਏ ਹਾਂ। ਸ਼ੇਖ ਸਾਦੀ ਕਹਿੰਦਾ ਕੋਈ ਫਾਇਦਾ ਹੀ ਨਹੀਂ ਹੋਇਆ, ਇਸ ਤੋਂ ਚੰਗਾ ਸੀ ਤੂੰ ਨਾ ਆਉਣਾ, ਕਿਉਂਕਿ ਤੂੰ ਇੱਥੇ ਆ ਕੇ ਨਮਾਜ਼ ਅਦਾ ਕਰਕੇ ਇੱਕੋ ਦਿਨ 'ਚ ਹੀ ਤੈਨੂੰ ਲੱਗਣ ਲੱਗ ਗਿਆ ਮੈਂ ਧਰਮੀ ਬਣ ਗਿਆ। ਹੋ ਸਕਦਾ ਹੈ ਉਹ ਰੋਜ਼ ਪੜ੍ਹਦੇ ਹੋਣ, ਹੋ ਸਕਦਾ ਹੈ ਉਹ ਮੁਸਾਫਰ ਹੋਣ, ਸਫ਼ਰ ਕਰਦੇ ਆਏ ਹੋਣ, ਹੋ ਸਕਦਾ ਹੋਵੇ ਕੋਈ ਉਹਨਾਂ 'ਚ ਮਰੀਜ਼ ਹੋਵੇ, ਪਰ ਤੈਨੂੰ ਇਹ ਭੁਲੇਖਾ ਲੱਗ ਗਿਆ ਇੱਕੋ ਦਿਨ 'ਚ ਕਿ ਮੈਂ ਧਰਮੀ ਬਣ ਗਿਆ ਤੇ ਦੂਜੇ ਅਧਰਮੀ ਹੋ ਗਏ। ਸਭ ਕਹਿੰਦੇ ਇਹ ਭੁਲੇਖਾ ਮਨ 'ਚ ਨਹੀਂ ਹੋਣਾ ਚਾਹੀਦਾ। ਮਾਲਕ ਕਹਿੰਦੇ ਭੁਲੇਖਾ ਹੈ ਵੀ ਤੀਰਥਾਂ ਦੇ ਇਸ਼ਨਾਨ ਦੇ ਨਾਲ ਕੁਝ ਖਟੇਗਾ। ਸਭ ਕਹਿੰਦੇ ਪਰ ਹੋਇਆ ਕਿ ਇੱਕ ਭਾਉ ਲੱਥੀ ਨਾਤਿਆਂ, ਦੋਏ ਭਾ ਚੜੀਆ ਸੋਰ। ਇੱਕ ਵਾਰ ਜਾ ਕੇ ਮੈਲ ਤਾਂ ਲਾਈ, ਉੱਤੋਂ ਹੰਕਾਰ ਦੀ, ਹਉਮੈ ਦੀ ਮੈਲ, ਧਰਮੀ ਹੋਣ ਦੀ ਮੈਲ ਹੋਰ ਚੜਾ ਕੇ ਆ ਗਿਆ ਉੱਤੇ। ਸਭ ਕਹਿੰਦੇ ਇਸ ਕਰਕੇ ਸਾਧ ਭਲੇ ਅਣ ਨਾਤਿਆਂ, ਚੋਰ ਸੇ ਚੋਰਾ ਚੋਰ। ਜਿਹੜੇ ਚੰਗੇ ਨੇ, ਧਰਮੀ ਨੇ, ਉਹ ਇਸ਼ਨਾਨ ਕੀਤੇ ਤੋਂ ਬਿਨਾਂ ਤੀਰਥਾਂ ਦੇ ਚੰਗੇ ਨੇ, ਤੇ ਜਿਹੜੇ ਚੋਰ ਨੇ, ਜਿਨ੍ਹਾਂ ਦੇ ਸੁਭਾਅ ਮਾੜੇ ਨੇ, ਉਹਨਾਂ ਨੇ ਮਾੜੇ ਹੀ ਰਹਿਣਾ ਹੈ, ਕਿਉਂਕਿ ਉਹਨਾਂ ਦਾ ਸੁਭਾਅ ਬਗਲੇ ਵਾਲਾ ਹੈ ਨਾ। ਧਾਰਮਿਕ ਸਥਾਨਾਂ 'ਤੇ ਵੀ ਬਗਲੇ ਵਾਲੀਆਂ ਸਮਾਧੀਆਂ ਲਾ ਕੇ ਤੇ ਲੱਗਦਾ ਉਹਨਾਂ ਨੂੰ ਵੀ ਅਸੀਂ ਧਰਮੀ ਆ, ਤੇ ਦੂਜਿਆਂ ਨੂੰ ਵੀ ਲੱਗਣ ਲੱਗ ਜਾਂਦਾ ਹੈ ਵੀ ਇੱਕ ਪੈਰ 'ਤੇ ਬਗਲਾ ਖਲੋਤਾ ਹੈ, ਬੜਾ ਧਰਮੀ ਆ। ਸਭ ਕਹਿੰਦੇ ਨਹੀਂ, ਹਾਲ ਕੀ ਹੈ ਇਹਨਾਂ ਦਾ। ਸੱਚ ਇਹ ਹੈ ਇਹਨਾਂ ਦੇ ਜੀਵਨ ਦਾ ਵੀ ਇਹਨਾਂ ਦੀਆਂ ਸਮਾਧੀਆਂ ਬਗਲੇ ਵਾਲੀਆਂ ਨੇ। ਇਹਨਾਂ ਦੀਆਂ ਧਰਮ ਵਾਲੀਆਂ ਜਿਹੜੀਆਂ ਨੇ ਉਹ ਸਮਾਧੀਆਂ ਨਹੀਂ ਆ, ਇਹਨਾਂ ਦੀਆਂ ਬਗਲਿਆਂ ਵਾਲੀਆਂ ਸਮਾਧੀਆਂ ਨੇ, ਦੂਜਿਆਂ ਨੂੰ ਲੁੱਟਣ ਦੀਆਂ, ਖਾਣ ਦੀਆਂ। ਇਸ ਕਰਕੇ ਸਭ ਕਹਿੰਦੇ ਨੇ ਸਾਧ ਭਲੇ ਅਣ ਨਾਤਿਆਂ, ਚੋਰ ਸੇ ਚੋਰਾ ਚੋਰ। ਗੁਰੂ ਨਾਨਕ ਪਾਤਸ਼ਾਹ ਦਾ ਇੱਕ ਬਚਨ ਹੈ। ਮਤਲਬ ਕਹਿੰਦੇ ਕਿੱਥੇ ਚੱਲਿਆ? ਤੀਰਥਾਂ ਤੇ। ਕਾਹਦੇ ਲਈ? ਸਿਰਫ ਧਰਮੀ ਅਖਵਾਉਣ ਵਾਸਤੇ ਚੱਲਿਆ ਹੈ ਨਾ। ਸਭ ਕਹਿੰਦੇ ਲੋੜ ਨਹੀਂ ਹੈ। ਜੈ ਕਾਰਨ ਤਟ ਤੀਰਥ ਜਾਹੀ, ਰਤਨ ਪਦਾਰਥ ਮਨ ਹੀ ਮਾਹੀ। ਉਹ ਰਤਨ ਪਦਾਰਥ ਬਾਹਰ ਨਹੀਂ, ਤੇਰੇ ਮਨ ਦੇ ਅੰਦਰ ਨੇ, ਜਿਨ੍ਹਾਂ ਨੂੰ ਲੱਭਣ ਵਾਸਤੇ ਧਾਰਮਿਕ ਸਥਾਨਾਂ 'ਤੇ ਬਾਹਰ ਤੁਰਿਆ ਫਿਰਦਾ ਹੈ, ਤੀਰਥਾਂ 'ਤੇ ਤੁਰਿਆ ਫਿਰਦਾ ਹੈ। ਸਭ ਕਹਿੰਦੇ ਇਸ ਕਰਕੇ ਬਾਹਰ ਨਹੀਂ। ਜੇ ਗੁਰੂ ਨੂੰ ਚੰਗਾ ਲੱਗਾ ਤੀਰਥ ਨਾਵਾਂ, ਜੇ ਤਿਸ ਭਾਵਾਂ ਵਿਣ ਭਾਣੇ ਕੇ ਨਾਏ ਕਰੀ। ਸਭ ਕਹਿੰਦੇ ਜੇਤੀ ਸਿਰਠ ਉਪਾਈ ਵੇਖਾਂ, ਵਿਣ ਕਰਮਾ ਕੇ ਮਿਲਿਆ ਲਈ। ਇਹ ਸਾਰੀ ਕਾਇਨਾਤ ਸ੍ਰਿਸ਼ਟੀ ਦੇ ਵਿੱਚੋਂ ਜਿੰਨੀ ਉਸ ਮਾਲਕ ਨੇ ਪੈਦਾ ਕੀਤੀ ਹੈ, ਉਹਦੀ ਬਖਸ਼ਿਸ਼ ਤੋਂ ਬਿਨਾਂ ਸਾਨੂੰ ਕੁਝ ਵੀ ਪ੍ਰਾਪਤ ਨਹੀਂ ਹੁੰਦਾ। ਉਹਦੀ ਰਹਿਮਤ, ਉਹਦੀ ਦਇਆ ਤੋਂ ਬਿਨਾਂ ਸਾਨੂੰ ਕੁਝ ਵੀ ਪ੍ਰਾਪਤ ਨਹੀਂ ਹੁੰਦਾ। ਇਸ ਕਰਕੇ ਮਾਲਕ ਕਹਿੰਦੇ ਨੇ ਭਾਈ ਉਹਨੂੰ ਚੇਤੇ 'ਚ ਰੱਖਿਆ ਕਰ, ਉਹਨੂੰ ਵਸਾ ਕੇ ਰੱਖਿਆ ਕਰ ਹਿਰਦੇ ਦੇ ਵਿੱਚ। ਸਭ ਕਹਿੰਦੇ ਨੇ ਜਿੰਨਾ ਕੁਝ ਸੰਸਾਰ ਦੇ ਅੰਦਰ ਧਨ ਪਦਾਰਥ ਇਕੱਠਾ ਕਰਦਾ ਹੈ ਜਾਂ ਧਾਰਮਿਕ ਸਥਾਨਾਂ 'ਤੇ ਜਾਣਾ ਹੈ ਧਰਮੀ ਬਣਨ ਵਾਸਤੇ, ਧਰਮੀ ਬਣਨ ਵਾਸਤੇ ਧਾਰਮਿਕ ਸਥਾਨਾਂ 'ਤੇ ਜਾਣ ਦੀ ਲੋੜ ਨਹੀਂ ਹੈ। ਧਾਰਮਿਕ ਸਥਾਨਾਂ 'ਤੇ ਸਿੱਖਣ ਜਾਣਾ ਹੈ ਵੀ ਧਰਮੀ ਬਣਨਾ ਕਿਵੇਂ ਆ, ਤੇ ਧਰਮ ਕਮਾਉਣ ਵਾਸਤੇ ਸਾਨੂੰ ਸੰਸਾਰ ਦੇ ਅੰਦਰ ਵਿਚਰਦਿਆਂ, ਘਰ ਦੇ ਅੰਦਰ ਰਹਿੰਦਿਆਂ ਹੋਇਆਂ ਧਰਮ ਕਮਾਉਣਾ ਪਏਗਾ। ਤੇ ਸਭ ਕਹਿੰਦੇ ਨੇ ਕਰਦਾ ਕੀ ਹੈ? ਬਾਹਰੀ ਦਿਖਾਵੇ। ਕਰਨਾ ਕੀ ਹੈ? ਸਭ ਕਹਿੰਦੇ ਗੁਰੂ ਦੇ ਹੁਕਮ ਨੂੰ ਸੁਰਤ 'ਚ ਵਸਾ। ਮੱਤ ਵਿੱਚ ਰਤਨ ਜਵਾਹਰ ਮਾਣਿਕ, ਜੇ ਇੱਕ ਗੁਰ ਕੀ ਸਿੱਖ ਸੁਣੀ। ਸਭ ਕਹਿੰਦੇ ਮੱਤ ਦੇ ਵਿੱਚ, ਸੁਰਤ ਦੇ ਅੰਦਰ ਮਹਿੰਗੇ ਮਹਿੰਗੇ ਗੁਣ ਰਤਨਾ ਪਦਾਰਥਾਂ ਵਰਗੇ ਵਸ ਜਾਣਗੇ। ਪਰ ਉਹਦੇ ਵਾਸਤੇ ਕਰਨਾ ਕੀ ਹੈ? ਗੁਰੂ ਦੇ ਹੁਕਮ ਨੂੰ, ਗੁਰੂ ਦੀ ਸਿੱਖਿਆ ਨੂੰ ਮਨ 'ਚ ਵਸਾਉਣਾ ਹੈ। ਸਭ ਤਾਂ ਕਹਿੰਦੇ ਨੇ ਸਿੱਖਿਆ ਵਸਾ, ਔਰ ਇਸ ਢੰਗ ਦੇ ਨਾਲ ਵਸਾ। ਕਿਹੜੇ ਢੰਗ ਦੇ ਨਾਲ? ਸਭ ਕਹਿੰਦੇ ਮੁਬਾਰਕ ਬਾਣੀ ਵਰਗਾ ਬਣ ਜਾ, ਹੋਰ ਕਿਸੇ ਵਰਗਾ ਨਹੀਂ। ਤੈਨੂੰ ਇਹ ਨਹੀਂ ਕਿਹਾ ਸੰਸਾਰ ਦੇ ਅੰਦਰ ਰਹਿੰਦਿਆਂ ਹੋਇਆ ਤੂੰ ਧਰਮੀ ਬਣਨਾ ਹੈ ਤੇ ਫਲਾਣੇ ਵਰਗਾ, ਉਸ ਮਨੁੱਖ ਵਰਗਾ ਧਰਮੀ ਬਣ। ਸਭ ਕਹਿੰਦੇ ਨੇ ਤੂੰ ਧਰਮੀ ਬਣਨਾ ਹੈ ਤੇ ਗੁਰੂ ਵਰਗਾ ਬਣ ਜਾ।
ਬਾਣੀ ਵਰਗਾ ਬਣ ਜਾ। ਸਤਿਗੁਰ ਕੀ ਬਾਣੀ ਸਤ ਸਰੂਪ ਹੈ, ਗੁਰ ਬਾਣੀ ਬਣੀਐ। ਗੁਰੂ ਦੀ ਬਾਣੀ ਉਸ ਪਰਮਾਤਮਾ ਦੇ ਵਰਗੀ ਹੈ, ਭਾਵ ਉਹ ਬਾਣੀ ਦੇ ਵਿੱਚੋਂ ਪਰਮਾਤਮਾ ਨਜ਼ਰ ਨਹੀਂ ਆਏਗਾ। ਬਾਣੀ ਦੇ ਵਿੱਚੋਂ ਉਹਦੇ ਗੁਣ ਨਜ਼ਰ ਹੀ ਆਉਣਗੇ। ਤੇ ਸਭ ਕਹਿੰਦੇ ਫਿਰ ਇੱਕ ਕੰਮ ਕਰਿਆ ਕਰ, ਉਹਦੇ ਗੁਣਾਂ ਨੂੰ ਸੁਰਤ ਦੇ ਅੰਦਰ ਵਸਾ। ਉਹਦੇ ਗੁਣ ਬੜੇ ਕੀਮਤੀ ਨੇ। ਸੰਸਾਰ ਦੇ ਅੰਦਰ ਇੰਨਾ ਕੀਮਤੀ ਖਜ਼ਾਨਾ ਕਿਸੇ ਦੇ ਕੋਲ ਨਹੀਂ ਹੈ, ਗੁਰੂ ਦੇ ਕੋਲੋਂ ਖਜ਼ਾਨਾ ਹੈ। ਤੇ ਸਭ ਕਹਿੰਦੇ ਉਹ ਖਜ਼ਾਨਾ ਫਿਰ ਮੁੱਕਣ ਵਾਲਾ ਨਹੀਂ ਹੈ। ਜਿਹਨੂੰ ਧੰਨ ਗੁਰੂ ਅਰਜਨ ਪਾਤਸ਼ਾਹ ਕਹਿੰਦੇ ਨੇ, ਜਿੱਦਣ ਇਹ ਖਜ਼ਾਨਾ ਖੋਲ ਕੇ ਦੇਖਿਆ, ਪਿਉ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਤਾਂ ਮੇਰਾ ਮਨ ਭਇਆ ਨਿਦਾਨਾ। ਰਤਨ ਲਾਲ ਜਾ ਕਾ ਕਛੂ ਨਾ ਮੋਲ। ਸਭ ਕਹਿੰਦੇ ਇੰਨਾ ਕੋ ਕੀਮਤੀ ਖਜ਼ਾਨਾ ਹੈ ਵੀ ਉਹਦਾ ਮੁੱਲ ਹੀ ਕੋਈ ਨਹੀਂ ਹੈ, ਕੋਈ ਕੀਮਤ ਦੱਸ ਹੀ ਨਹੀਂ ਸਕਦਾ। ਭਰੇ ਭੰਡਾਰ ਅਖੂਟ ਅਤੋਲ, ਫਿਰ ਥੋੜਾ ਵੀ ਨਹੀਂ ਹੈ। ਇੱਕ ਤੇ ਆ ਵੀ ਕੀਮਤੀ ਬੜਾ ਹੈ, ਦੂਜੀ ਗੱਲ ਹੈ ਸਭ ਕਹਿੰਦੇ ਇਹ ਕੀਮਤੀ ਦੇ ਨਾਲ ਨਾਲ ਹੈ ਵੀ ਬੇਅੰਤ, ਕਿਸੇ ਨੂੰ ਅੰਦਾਜ਼ਾ ਵੀ ਨਹੀਂ ਹੈ ਵੀ ਇਹ ਕਿੰਨਾ ਕੁ ਹੋ ਸਕਦਾ ਹੈ। ਇਸ ਕਰਕੇ ਬਾਹਰੀ ਧਰਮੀ ਬਣਨ ਦੀ ਲੋੜ ਨਹੀਂ ਹੈ, ਧਰਮ ਅੰਦਰੋਂ ਮਨ ਕਰਕੇ ਕਮਾਉਣਾ ਪਏਗਾ। ਜਿਹੜਾ ਕਿ ਅੱਜ ਮੁਸ਼ਕਲ ਹੈ ਵੀ ਅਸੀਂ ਬਾਹਰੀ ਧਰਮੀ ਤਾਂ ਬੜੇ ਬਣਦੇ ਹਾਂ, ਮਨ ਕਰਕੇ ਧਰਮੀ ਕੋਈ ਨਹੀਂ। ਤੇ ਜੇ ਕਹਿ ਦਵੋ ਨਾ, ਦੇਖੋ ਜੀ ਇਹ ਬਾਹਰੀ ਧਰਮੀ ਦੀ ਲੋੜ ਨਹੀਂ ਹੈ, ਤੀਰਥਾਂ ਦੇ ਇਸ਼ਨਾਨਾਂ ਦੀ ਲੋੜ ਨਹੀਂ ਹੈ, ਐਵੇਂ ਤੁਰੇ ਫਿਰਨ ਦੀ ਲੋੜ ਨਹੀਂ ਹੈ, ਫਿਰ ਕਹਿਣਗੇ ਦੇਖੋ ਜੀ ਬਾਣੀ ਦੇ ਅੰਦਰ ਵੀ ਤੇ ਲਿਖਿਆ ਹੈ। ਤੇ ਮੈਂ ਅਕਸਰ ਬੇਨਤੀ ਕਰਦਾ ਹੁੰਦਾ, ਬਾਣੀ ਦੀਆਂ ਅੱਧੀਆਂ ਅੱਧੀਆਂ ਤੁਕਾਂ ਲੈ ਕਰਕੇ ਅਰਥ ਕੀਤਿਆਂ ਭੁਲੇਖਾ ਪਏਗਾ, ਕਿਉਂਕਿ ਬਾਣੀ ਦੇ ਅੰਦਰ ਦੂਜਿਆਂ ਦੀ ਗੱਲ ਵੀ ਕੀਤੀ ਆ। ਹੁਣ ਇਹ ਭੁਲੇਖਾ ਕਈ ਵਾਰ ਪਾ ਦਿੱਤਾ ਜਾਂਦਾ ਹੈ ਤੇ ਦੇਖੋ ਜੀ ਬਾਣੀ ਕਹਿੰਦੀ ਆ, ਇਹ ਲੋਕ ਤਾਂ ਐਵੇਂ ਹੀ ਬੋਲੀ ਜਾਂਦੇ ਵੀ ਤੀਰਥਾਂ ਤੇ ਇਸ਼ਨਾਨ ਨਹੀਂ ਕਰਨਾ ਚਾਹੀਦਾ। ਦੇਖੋ ਬਾਣੀ ਕਹਿੰਦੀ ਆ ਤੀਰਥ ਨਹਾਈਆ ਸੁਖ ਫਲ ਪਾਈਆ, ਮੈਲ ਨਾ ਲੱਗੈ ਕਾਈ। ਵੀ ਦੇਖੋ ਜੀ ਤੀਰਥਾਂ ਤੇ ਨਹਾਉਣਾ ਚਾਹੀਦਾ ਹੈ, ਤੀਰਥਾਂ ਤੇ ਨਹਾਉਣਾ ਚਾਹੀਦਾ ਹੈ, ਗੁਰਬਾਣੀ ਕਹਿ ਰਹੀ ਹੈ, ਫਿਰ ਮੈਲ ਨਹੀਂ ਲੱਗਦਾ, ਪਾਪ ਨਹੀਂ ਲੱਗਦਾ। ਤੇ ਸਭ ਕਹਿੰਦੇ ਨੇ ਭਲਿਆ ਅਗਲੀ ਤੋਂ ਕੋਈ ਪੜ੍ਹ, ਫਿਰ ਅੱਗੇ ਵੀ ਪੜ੍ਹ, ਤੈਨੂੰ ਪਤਾ ਲੱਗੇ ਵੀ ਕੌਣ ਕਹਿੰਦਾ ਹੈ। ਸਭ ਕਹਿੰਦੇ ਇਹ ਮੇਰੀ ਵਿਚਾਰਧਾਰਾ ਨਹੀਂ ਹੈ, ਜੋਗੀਆਂ ਦੀ ਵਿਚਾਰਧਾਰਾ ਹੈ ਤੀਰਥਾਂ ਤੇ ਨਹਾਉਣ ਦੀ। ਗੋਰਖ ਪੂਤ ਲੋਹਾਰੀ ਪਾ ਬੋਲਾ ਜੋਗ ਜੁਗਤ ਬਿਦਸਾਈ, ਇਹ ਜੋਗੀਆਂ ਦਾ ਤਰੀਕਾ ਹੈ ਤੀਰਥਾਂ ਤੇ ਇਸ਼ਨਾਨ ਕਰਨਾ, ਗੁਰਮਤ ਦਾ ਕੋਈ ਤਰੀਕਾ ਨਹੀਂ, ਗੁਰਮਤ ਦੀ ਨਹੀਂ ਹੈ ਇੱਕ ਗੱਲ। ਇਸ ਕਰਕੇ ਸਤਿਗੁਰੂ ਕਹਿੰਦੇ ਫਿਰ ਨਹਾਇਆ ਕਰ, ਤੀਰਥ ਤੇ ਨਹਾਇਆ ਕਰ, ਪਰ ਕਿਹੜੇ ਤੇ, ਕਿਹੜੇ ਤੀਰਥ ਤੇ ਨਹਾਉਣਾ ਹੈ। ਤੀਰਥ ਨਹਾਵਣ ਜਾਓ ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ, ਗੁਰ ਗਿਆਨ ਸਾਚਾ ਥਾਨ ਤੀਰਥ। 10 ਪੁਰਬ ਸਦਾ ਦਸਹਰਾ, ਹਉ ਨਾਮ ਹਰਿ ਕਾ ਸਦਾ ਜਾਚੋਂ ਦੇਹ ਪ੍ਰਭ ਧਰਣੀ ਧਰਾ। ਰੱਬੀ ਬਾਣੀ ਦੇ ਸਰੋਵਰ ਦੇ ਵਿੱਚ, ਨਾਮ ਦੇ ਸਰੋਵਰ ਦੇ ਵਿੱਚ, ਗੁਰੂ ਦੇ ਗਿਆਨ ਦੇ ਸਰੋਵਰ ਦੇ ਵਿੱਚ, ਐਸ ਸਰੋਵਰ ਤੇ ਇਸ਼ਨਾਨ ਕਰਾਂਗੇ ਤੇ ਸਭ ਕਹਿੰਦੇ ਨੇ ਰਾਮਦਾਸ ਸਰੋਵਰ ਨਾਤੇ ਸਭ ਲਾਥੇ ਪਾਪ ਕਮਾਤੇ। ਸਾਰੇ ਪਾਪ ਜਿੰਨੇ ਨੇ ਕੀਤੇ ਉਹ ਲੱਥ ਜਾਣਗੇ, ਪਰ ਇਸ਼ਨਾਨ ਬਾਣੀ ਦਾ ਕਰਨਾ ਪਏਗਾ, ਇਸ਼ਨਾਨ ਗੁਰੂ ਦੇ ਗਿਆਨ ਦੇ ਵਿੱਚ ਕਰਨਾ ਪਏਗਾ। ਫਿਰ ਸਭ ਕਹਿੰਦੇ ਇਹ ਬਖਸ਼ਿਸ਼ ਹੋ ਜਾਏਗੀ। ਸਤਿਗੁਰੂ ਦਇਆ ਕਰ ਦੇਣ, ਸਾਨੂੰ ਜਾਚ ਆ ਜਾਏ ਧਰਮੀ ਬਣਨ ਦੀ, ਸਾਨੂੰ ਜਾਚ ਆ ਜਾਏ ਧਰਮੀ ਹੋਣ ਦੇ ਵਿਖਾਵਿਆਂ ਤੋਂ ਬਚਣ ਦੀ, ਸਾਨੂੰ ਜਾਚ ਆ ਜਾਏ ਗੁਰੂ ਦੇ ਹੁਕਮ ਨੂੰ ਮੰਨਣ ਦੀ। ਸਭ ਕਿਰਪਾਲੂ ਦਇਆ ਕਰਨ। ਵਿਚਾਰਾਂ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਬੁਲਾਓ ਜੀ ਫਤਿਹ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।